ਮੰਤਰੀ ਦੇ ਕਾਕੇ ਦੀ ਗੱਡੀ ਥੱਲੇ ਦਰੜੇ ਜਾਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਤਾਂ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਪਰ ਉਸ ਮੰਤਰੀ ਦੇ ਪੁੱਤ ਨੂੰ ਅਦਾਲਤ ਦੇ ਵੱਲੋਂ ਰਾਹਤ ਜ਼ਰੂਰ ਮਿਲ ਗਈ ਹੈ। ਕਿਸਾਨਾਂ ਨੇ ਵੀ ਵੱਡੇ ਸਵਾਲ ਖੜੇ ਕੀਤੇ ਨੇ। ਨਵੀਆਂ ਹਦਾਇਤਾਂ ਤੇ ਕੀ ਨਵੇਂ ਨਿਯਮ ਨੇ, ਖਬਰਾਂ ਦੇ ਵਿਸਥਾਰ ਤੁਹਾਨੂੰ ਦੱਸਾਂਗੇ। ਮੌਸਮ ਸਾਫ਼ ਹੋ ਗਿਆ, ਪਰ ਗੜੇ ਕਿੱਥੇ ਪਏ ਨੇ, ਨੁਕਸਾਨ ਕਿੱਥੇ ਹੋਇਆ, ਉਹ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ। ਨਵਜੋਤ ਸਿੰਘ ਸਿੱਧੂ ਮਾਤਾ ਨੂੰ ਮੱਥਾ ਟੇਕ ਕੇ ਵਾਪਸ ਆ ਗਏ ਨੇ। ਚੰਨੀ ਭਗਵੰਤ ਮਾਨ ਦੇ ਖਿਲਾਫ ਤੇ ਭਗਵੰਤ ਮਾਨ ਚੰਨੀ ਦੇ ਖਿਲਾਫ ਪੂਰਾ ਧੜਾਧੜ ਬੋਲ ਰਹੇ ਨੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੀਆਂ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਦੇ ਹਾਂ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ ਦੀ ਲੋਕ ਰਾਏ ਸੀ ਕਿ ਅੰਮ੍ਰਿਤਸਰ ਪੂਰਬੀ ਸੀਟ ਤੋਂ ਕਿਹਦੇ ਜਿੱਤਣ ਨਾਲ ਨਸ਼ਾ ਤਸਕਰੀ ਨੂੰ ਠੱਲ ਪੈ ਸਕਦੀ ਹੈ, ਨਵਜੋਤ ਸਿੰਘ ਸਿੱਧੂ ਜਾਂ ਬਿਕਰਮ ਸਿੰਘ ਮਜੀਠੀਆ। ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਸਾਡੇ 95% ਦਰਸ਼ਕਾਂ ਨੇ ਵੋਟ ਦਿੱਤੀ ਹੈ, ਜਦਕਿ ਮਜੀਠੀਆ ਦੇ ਜਿੱਤਣ ਨਾਲ ਰਾਹਤ ਮਿਲ ਸਕਦੀ ਹੈ, ਨਸ਼ਾ ਤਸਕਰੀ ਠੱਲੀ ਜਾ ਸਕਦੀ ਹੈ, ਉਹਦੇ ਹੱਕ ਵਿੱਚ ਸਿਰਫ 5% ਦਰਸ਼ਕ ਨੇ। ਅੱਜ ਦੀ ਲੋਕ ਰਾਏ ਹੈ ਕਿ ਲਖੀਮਪੁਰ ਖੀਰੀ ਕਤਲकांड ਮਾਮਲੇ ਦੇ ਵਿੱਚ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਕਿਸਾਨਾਂ ਨੇ ਕਿਹਾ ਕਿ ਸਾਡਾ ਪੱਖ ਸੁਣੇ ਬਿਨਾਂ ਹੀ ਜ਼ਮਾਨਤ ਦੇ ਦਿੱਤੀ ਗਈ ਹੈ। ਅਦਾਲਤ ਦੇ ਵੱਲੋਂ ਦਿੱਤੀ ਇਸ ਰਾਹਤ ਦੇ ਨਾਲ ਕੀ ਤੁਸੀਂ ਸਹਿਮਤ ਹੋ? ਜੇ ਸਹਿਮਤ ਹੋ ਯੈਸ ਜਾਂ ਹਾਂ ਲਿਖਿਓ, ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ। ਗੱਲ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਹਾਂ ਕਿ ਭਾਰਤ ਸਰਕਾਰ ਨੇ ਨਵੀਆਂ ਕੀ ਹਦਾਇਤਾਂ ਜਾਰੀ ਕੀਤੀਆਂ ਨੇ। ਕੌਮਾਂਤਰੀ ਯਾਤਰੀਆਂ ਦੇ ਲਈ ਸੋਧੇ ਹੋਏ ਨਿਯਮ ਜਾਰੀ ਕੀਤੇ ਗਏ ਨੇ, ਜਿਹੜੇ ਕਿ 14 ਫਰਵਰੀ ਤੋਂ ਲਾਗੂ ਹੋ ਜਾਣਗੇ। ਸਰਕਾਰ ਨੇ ਭਾਰਤ ਦੇ ਵਿੱਚ ਦਾਖਲ ਹੋਣ ਵਾਲੇ ਕੌਮਾਂਤਰੀ ਯਾਤਰੀਆਂ ਦੇ ਲਈ ਵੀਰਵਾਰ ਨੂੰ ਕੋਵਿਡ ਹਦਾਇਤਾਂ ਨਵੀਆਂ ਜਾਰੀ ਕੀਤੀਆਂ ਨੇ। 7 ਦਿਨਾਂ ਦੇ ਲਾਜ਼ਮੀ ਘਰੇਲੂ ਕੁਆਰੰਟਾਈਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਯਾਤਰੀਆਂ ਨੂੰ 8ਵੇਂ ਦਿਨ RT-PCR ਟੈਸਟ ਵੀ ਕਰਵਾਉਣਾ ਪੈਂਦਾ ਸੀ, ਇਸ ਹਦਾਇਤ ਨੂੰ ਵੀ ਵਾਪਸ ਲੈ ਲਿਆ ਗਿਆ ਤੇ ਨਵੀਆਂ ਹਦਾਇਤਾਂ ਤੇ ਨਵੇਂ ਨਿਯਮ 14 ਫਰਵਰੀ ਤੋਂ ਲਾਗੂ ਹੋ ਜਾਣਗੇ, ਜਿਨ੍ਹਾਂ ਦੇ ਮੁਤਾਬਿਕ ਭਾਰਤ ਪਹੁੰਚਣ ਵਾਲੀ ਕਿਸੇ ਵੀ ਉਡਾਨ ਦੇ 2% ਯਾਤਰੀਆਂ ਦਾ ਹਵਾਈ ਅੱਡੇ ਤੇ ਹੀ ਕੋਵਿਡ ਟੈਸਟ ਕੀਤਾ ਜਾਏਗਾ। ਇਹ ਯਾਤਰੀ ਆਪਣੇ ਸੈਂਪਲ ਹਵਾਈ ਅੱਡੇ ਤੇ ਹੀ ਜਮ੍ਹਾਂ ਕਰਵਾ ਕੇ ਹਵਾਈ ਅੱਡੇ ਤੋਂ ਬਾਹਰ ਜਾ ਸਕਦੇ ਨੇ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵਿੱਟਰ ਤੇ ਸਾਂਝੀ ਕੀਤੀ ਹੈ। ਹੁਣ 7 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਥਾਂ ਸਾਰੇ ਕੌਮਾਂਤਰੀ ਯਾਤਰੀਆਂ ਨੂੰ 14 ਦਿਨਾਂ ਦੇ ਲਈ ਖੁਦ ਆਪਣੀ ਸਿਹਤ ਦਾ ਧਿਆਨ ਰੱਖਣਾ ਪਏਗਾ। ਮੰਤਰੀ ਨੇ ਦੱਸਿਆ ਕਿ ਇਹਨਾਂ ਯਾਤਰੀਆਂ ਨੂੰ ਭਾਰਤ ਪਹੁੰਚਣ ਦੇ 72 ਘੰਟਿਆਂ ਦੇ ਵਿੱਚ ਆਪਣੀ ਨੈਗੇਟਿਵ RT-PCR ਰਿਪੋਰਟ ਅਪਲੋਡ ਕਰਨੀ ਪਵੇਗੀ, ਜਾਂ ਉਹ ਜਿਹੜੇ ਮੁਲਕ ਤੋਂ ਆਏ ਨੇ ਉੱਥੋਂ ਦੀ ਉਹਨਾਂ ਨੂੰ ਕਰੋਨਾ ਦੀ ਟੀਕਾਕਰਨ ਦੀ ਪੂਰੀ ਰਿਪੋਰਟ ਦੇਣੀ ਪਏਗੀ। ਸੋ ਇਹ ਨਵੀਆਂ ਹਦਾਇਤਾਂ ਨੇ। 7 ਦਿਨਾਂ ਦਾ ਜਿਹੜਾ ਲਾਜ਼ਮੀ ਘਰੇਲੂ ਇਕਾਂਤਵਾਸ ਉਹ ਖਤਮ ਕਰ ਦਿੱਤਾ ਗਿਆ ਹੈ। 14 ਦਿਨ ਆਪ ਹੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਅਤੇ ਜਿਹੜਾ ਹੈਗਾ 8ਵੇਂ ਦਿਨ RT-PCR ਟੈਸਟ ਜਿਹੜਾ ਤੁਹਾਨੂੰ ਕਰਵਾਉਣਾ ਪੈਂਦਾ ਸੀ ਉਹ ਵੀ ਵਾਪਸ ਲੈ ਲਿਆ ਗਿਆ। ਯਾਨੀ ਕਿ ਕੌਮਾਂਤਰੀ ਯਾਤਰੀ ਭਾਰਤ ਦੇ ਬਾਹਰਲੇ ਮੁਲਕਾਂ ਤੋਂ, ਵਿਦੇਸ਼ੀ ਮੁਲਕਾਂ ਤੋਂ ਜਿਹੜੇ ਵੀ ਲੋਕ ਭਾਰਤ ਆਉਣਗੇ ਉਹਨਾਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਕਰੋਨਾ ਦੇ ਨਾਲ ਜੁੜੀ ਨਵੀਂ ਜਾਣਕਾਰੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਨਾਈਟ ਕਰਫਿਊ ਨੂੰ ਖਤਮ ਕਰ ਦਿੱਤਾ ਹੈ। 12 ਫਰਵਰੀ ਤੋਂ ਬਰਡ ਪਾਰਕ ਅਤੇ ਰੌਕ ਗਾਰਡਨ ਨੂੰ ਖੋਲਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ। UT ਪ੍ਰਸ਼ਾਸਨ ਨੇ ਕਿਹਾ ਕਿ ਮਾਸਕ ਪਹਿਨਣ ਦਾ ਨਿਯਮ ਹੈ ਜਿਹੜਾ ਉਹ ਜ਼ਰੂਰ ਮੰਨਣਾ ਪਵੇਗਾ। ਸਰੀਰਕ ਦੂਰੀ ਹੈ ਜਿਹੜੀ ਉਹ ਵੀ ਜ਼ਰੂਰੀ ਹੋਵੇਗੀ, ਬਣਾ ਕੇ ਰੱਖਣੀ ਹੈ ਤੁਸੀਂ। ਰਾਤ ਨੂੰ 12:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਲੋਕਾਂ ਦੇ ਬਾਹਰ ਨਿਕਲਣ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਬਾਜ਼ਾਰ, ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ, ਬਾਰ, ਹਾਲਸ, ਮਲਟੀਪਲੈਕਸ, ਮਿਊਜ਼ੀਅਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ ਹੋਣ, ਜਿਮ ਹੋਣ, ਸਪਾ ਤੇ ਹੈਲਥ ਸੈਂਟਰ, ਉਹਨਾਂ ਤੇ ਹੁਣ ਕੋਈ ਵੀ ਪਾਬੰਦੀ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਸਾਰਾ ਕੁਝ ਖੋਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵਿਦਿਅਕ ਅਦਾਰੇ ਵੀ 14 ਫਰਵਰੀ ਤੋਂ ਮੁੜ ਖੁੱਲ ਜਾਣਗੇ। ਸਕੂਲ, ਕੋਚਿੰਗ ਇੰਸਟੀਚਿਊਟ ਅਤੇ ਸਾਰੇ ਜਿਹੜੇ ਵਿਦਿਅਕ ਅਦਾਰੇ ਨੇ ਉਹ ਹੁਣ 14 ਫਰਵਰੀ ਤੋਂ ਖੁੱਲ ਜਾਣਗੇ। ਇਹ ਚੰਡੀਗੜ੍ਹੀਆਂ ਦੇ ਲਈ ਰਾਹਤ ਵਾਲੀ ਖਬਰ ਹੈ। ਅਗਲੀ ਅਹਿਮ ਖਬਰ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਮਾਰੇ ਗਏ ਕਿਸਾਨ ਨੇ ਜਿਹੜੇ ਜਾਂ ਫਿਰ ਪੱਤਰਕਾਰ ਸੀ ਉਹਨਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹੈ, ਪਰ ਜਿਹੜੇ ਮੁਲਜ਼ਮ ਨੇ, ਮੁੱਖ ਮੁਲਜ਼ਮ, ਉਹਨਾਂ ਨੂੰ ਰਾਹਤ ਮਿਲਣੀ ਜ਼ਰੂਰ ਸ਼ੁਰੂ ਹੋ ਗਈ ਹੈ। ਕਿਸਾਨਾਂ ਨੂੰ ਗੱਡੀ ਦੇ ਨਾਲ ਕੁਚਲਣ ਦੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤ ਆਸ਼ੀਸ਼ ਮਿਸ਼ਰਾ, ਉਸ ਨੂੰ ਜ਼ਮਾਨਤ ਮਿਲ ਗਈ ਹੈ। ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਆਸ਼ੀਸ਼ ਮਿਸ਼ਰਾ ਦੇ ਵਕੀਲਾਂ ਨੇ ਕਿਹਾ ਕਿ ਸਰਕਾਰੀ ਪੱਖ ਮੌਕਾ ਇਹ ਵਾਰਦਾਤ ਤੇ ਆਸ਼ੀਸ਼ ਮਿਸ਼ਰਾ ਦੀ ਮੌਜੂਦਗੀ ਸਾਬਿਤ ਹੀ ਨਹੀਂ ਕਰ ਸਕਿਆ। ਆਸ਼ੀਸ਼ ਮਿਸ਼ਰਾ ਨੂੰ ਇਸ ਕਰਕੇ ਜ਼ਮਾਨਤ ਦੇ ਦਿੱਤੀ ਗਈ ਹੈ। ਦਰਅਸਲ 3 ਅਕਤੂਬਰ 2021 ਲੰਘਿਆ ਸਾਲ ਜਦੋਂ यूपी ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਪਿੰਡ ਦੇ ਵਿੱਚ ਹਿੰਸਕ ਵਾਰਦਾਤ ਹੋਈ ਸੀ। 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਮੰਤਰੀ ਦੇ ਵਿਗੜੈਲ ਕਾਕੇ ਨੇ ਆਪਣੀ ਥਾਰ ਗੱਡੀ ਦੇ ਥੱਲੇ ਦਰੜ ਕੇ ਕੁਚਲ ਕੇ ਮਾਰ ਦਿੱਤਾ ਸੀ। ਇੱਥੇ ਕਿਸਾਨ ਸਿਰਫ ਤੇ ਸਿਰਫ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕਰਨ ਦੇ ਲਈ ਪਹੁੰਚੇ ਸੀ। ਵਿਰੋਧ ਕਰਨ ਤੋਂ ਬਾਅਦ ਵਾਪਸ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਸੀ ਤਾਂ ਇੱਕ ਥਾਰ ਜੀਪ ਨੇ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕੁਚਲ ਦਿੱਤਾ ਸੀ। ਇਸ ਮਾਮਲੇ ਦੇ ਵਿੱਚ 15 ਤੋਂ ਵੱਧ ਵਿਅਕਤੀਆਂ ਖਿਲਾਫ FIR ਦਰਜ ਕੀਤੀ ਗਈ ਸੀ। ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਸੀ ਜਿਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਹੁਕਮਾਂ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਪੁਲਿਸ ਤੇ ਸਵਾਲ ਖੜੇ ਕੀਤੇ ਨੇ। ਅਦਾਲਤ ਨੇ ਕਿਹਾ ਕਿ FIR ਦੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਗੋਲੀਬਾਰੀ ਕਰਨ ਵਾਲਾ ਦੱਸਿਆ ਗਿਆ ਸੀ ਪਰ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਸੀ ਤੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆ ਗਈ ਹੈ, ਜਿਸ ਤੋਂ ਬਾਅਦ ਸਵਾਲ ਉੱਠ ਰਹੇ ਨੇ ਕਿ ਕੀ ਮੰਤਰੀ ਦੇ ਪੁੱਤ ਨੂੰ ਇੱਕ ਤਰਫਾ ਜ਼ਮਾਨਤ ਦਿੱਤੀ ਗਈ ਹੈ। ਦਰਅਸਲ ਇੱਥੇ ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਸਾਡੀ ਬੋਲਣ ਦੀ ਵਾਰੀ ਆਈ ਸੀ ਤਾਂ ਇੰਟਰਨੈਟ ਕਨੈਕਸ਼ਨ ਕੱਟਿਆ ਗਿਆ, ਸਾਡੀ ਗੱਲ ਬਿਨਾਂ ਸੁਣੇ ਹੀ ਜ਼ਮਾਨਤ ਦੇ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਕਿਸਾਨ ਲੀਡਰ ਬਲਜਿੰਦਰ ਮਾਨ ਨੇ ਦੱਸਿਆ ਕਿ ਸੁਣਵਾਈ ਦੌਰਾਨ ਜਦੋਂ ਕਿਸਾਨਾਂ ਦੇ ਵਕੀਲ ਦੇ ਨਾਲ ਗੱਲ ਕਰਨ ਦੀ ਵਾਰੀ ਆਈ ਤਾਂ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਾਣਬੁੱਝ ਕੇ ਕੱਟਿਆ ਗਿਆ ਜਾਂ ਆਟੋਮੈਟਿਕਲੀ ਕੱਟਿਆ ਗਿਆ ਇਸ ਬਾਰੇ ਨਹੀਂ ਪਤਾ, ਪਰ ਸੁਣਵਾਈ ਆਨਲਾਈਨ ਸੀ ਪਰ ਸਾਡਾ ਪੱਖ ਨਹੀਂ ਸੁਣਿਆ ਗਿਆ। ਇੱਕ ਤਰਫਾ ਸੁਣਵਾਈ ਤੋਂ ਬਾਅਦ ਹੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਦੇਖਦੇ ਹਾਂ ਕਿ ਅੱਗੇ ਕੀ ਕਰਨਾ ਹੈ। ਲਖੀਮਪੁਰ ਦੇ ਕਿਸਾਨ ਲੀਡਰ ਅਮਨ ਸੰਧੂ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਖਤਮ ਹੁੰਦੇ ਹੀ ਅਜੇ ਟੈਣੀ ਦੇ ਪੁੱਤਰ ਨੂੰ ਜ਼ਮਾਨਤ ਮਿਲ ਗਈ। ਇਸ ਦਾ ਮੁੱਖ ਕਾਰਨ ਸੂਬੇ ਦੇ ਵਿੱਚ ਹੋਰ ਥਾਵਾਂ ਤੇ ਹੋਣ ਵਾਲੀਆਂ ਚੋਣਾਂ ਦੇ ਵਿੱਚ ਬਾਹਮਣ ਵੋਟਾਂ ਨੂੰ ਲੈਣਾ ਹੈ, ਬ੍ਰਾਹਮਣ ਜਿਹੜੇ ਵੋਟ ਹੈ ਉਸ ਨੂੰ ਇਕੱਠਾ ਕਰਨਾ ਹੈ। ਇੱਕ ਹੋਰ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਕੇ ਬੀਜੇਪੀ ਨੇ ਆਪਣੇ ਕਫਨ ਦੇ ਵਿੱਚ ਮੇਖ ਤਾਂ ਜ਼ਰੂਰ ਮਾਰ ਦਿੱਤੀ ਹੈ ਪਰ ਇਹ ਬੀਜੇਪੀ ਨੂੰ ਬੁਰੀ ਤਰ੍ਹਾਂ ਦੇ ਨਾਲ ਮਹਿੰਗਾ ਪਵੇਗਾ। ਦੇਸ਼ ਦੀ ਮਹਾਨ ਗਾਇਕਾ ਤੇ ਭਾਰਤ ਦੀ ਕੋਇਲ ਕਹੀ ਜਾਣ ਵਾਲੀ ਲਤਾ ਮੰਗੇਸ਼ਕਰ ਦੀਆਂ ਅਸਥੀਆਂ ਵੀਰਵਾਰ ਨੂੰ ਗੋਦਾਵਰੀ ਨਦੀ ਦੇ ਤੱਟ ਤੇ ਰਾਮਕੁੰਡ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ। ਉਹਨਾਂ ਦੀ ਭੈਣ ਊਸ਼ਾ ਮੰਗੇਸ਼ਕਰ ਤੇ ਹੋਰ ਰਿਸ਼ਤੇਦਾਰਾਂ ਨੇ ਰਾਮਕੁੰਡ ਤੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਇਤਿਹਾਸ ਦੀਆਂ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੇ ਸ਼ਹੀਦਾਂ ਦੇ ਬਾਰੇ ਗਲਤ ਸ਼ਬਦਾਵਲੀ ਦਰਜ ਕਰਨ ਦਾ ਮਾਮਲਾ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਕਿਸਾਨਾਂ ਤੇ ਸਮਾਜ ਸੇਵੀ ਸੰਸਥਾ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਦੇ ਲਈ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ਦੱਸਦਿਆਂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬਾਂ ਸਕੂਲ ਤੇ ਕਾਲਜ ਦੇ ਵਿੱਚ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਬਹੁਤ ਹੀ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਕਿਤਾਬਾਂ ਦੇ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਸਿਆਸੀ ਵਿਦਰੋਹੀ ਦੱਸਿਆ ਗਿਆ ਹੈ। ਗੁਰੂ ਨਾਨਕ ਸਾਹਿਬ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਗਲਤ ਸ਼ਬਦਾਵਲੀ ਵਰਤੀ ਗਈ ਹੈ। ਜੇਕਰ ਕਿਤਾਬ ਪ੍ਰਵਾਨਿਤ ਨਹੀਂ ਹੈ ਤਾਂ ਫਿਰ ਇਹ ਬਾਜ਼ਾਰ ਦੇ ਵਿੱਚ ਕਿਵੇਂ ਮਿਲ ਰਹੀ ਹੈ? ਇਸ ਦੇ ਪਬਲਿਸ਼ਰ ਤੇ ਲੇਖਕ ਦੇ ਖਿਲਾਫ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਹੈ ਤੇ ਇਸ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਥੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਇਨਸਾਫ ਮਿਲਣ ਤੱਕ ਲਗਾਤਾਰ ਜਾਰੀ ਰਹੇਗਾ। ਤੇ ਇਸ ਧਰਨੇ ਨੂੰ ਕਿਸਾਨਾਂ ਦੇ ਨਾਲ ਹੋਰ ਜਿਹੜੇ ਲੋਕ ਹੈਗੇ ਨੇ ਸਿੱਖ ਕੌਮ ਦੇ ਨਾਲ ਸੰਬੰਧਿਤ ਭਾਈਚਾਰਾ ਜਾਂ ਫਿਰ ਗੁਰੂ ਸਾਹਿਬਾਨਾਂ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਲੋਕ ਵੀ ਇਸ ਦੀ ਹਮਾਇਤ ਕਰ ਰਹੇ ਨੇ। ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਆਏ ਤੇ ਉਹ ਵਿਦਰੋਹੀ ਹੋ ਗਏ ਸਨ। ਉਹਨਾਂ ਨੇ ਜਿਹੜਾ ਹਾਂਸੀ ਤੋਂ ਲੈ ਕੇ ਤੇ ਸਤਲੁਜ ਦਾ ਇਲਾਕਾ ਜਿਹੜਾ ਅੰਦਰਲਾ ਇਸ ਇਲਾਕੇ ਦੇ ਵਿੱਚ ਬਹੁਤ ਗਦਰ ਮਚਾਇਆ ਔਰ ਉਹਨਾਂ ਨੇ ਚੋਰੀਆਂ ਡਕੈਤੀਆਂ ਜਿਹੜੀਆਂ ਕੀਤੀਆਂ, ਸਰਕਾਰ ਦੇ ਬਾਗੀਆਂ ਨੂੰ ਜਿਹੜੀ ਸੀ ਉਹ ਪਨਾਹ ਦਿੰਦੇ ਸੀ। ਤੇ ਜਦੋਂ ਸਰਕਾਰ ਜਿਹੜੀ ਆ ਉਹ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਦੀ ਹੈ ਵੀ ਤੁਸੀਂ 15 ਦਿਨ ਲਾਓ, ਤੁਸੀਂ 20 ਦਿਨ ਲਾਓ, ਤੁਸੀਂ ਮਹੀਨਾ ਲਾਓ, 2 ਮਹੀਨੇ ਲਾਓ, ਤੁਸੀਂ 6 ਮਹੀਨੇ ਲਾਓ, ਜਿੰਨਾ ਮਰਜ਼ੀ ਸਮਾਂ ਲਾਓ, ਅਸੀਂ ਇੱਥੇ ਬੈਠੇ ਹਾਂ। ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਦੋਗੇ ਤੇ ਅੱਗੇ ਸਾਨੂੰ ਇਸ ਚੀਜ਼ ਦੀ ਤਸੱਲੀ ਹੋ ਜਾਏਗੀ ਵੀ ਇਹ ਜਿਹੜਾ ਇਤਿਹਾਸ ਆ ਠੀਕ ਦਰੁਸਤ ਕੀਤਾ ਜਾਏਗਾ ਤੇ ਅਸੀਂ ਚੱਲ ਜਾਵਾਂਗੇ, ਨਹੀਂ ਤਾਂ ਬੈਠੇ। ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਹਿਲਾਂ ਕਿਸੇ ਦੀ ਹਿੰਮਤ ਨਹੀਂ ਸੀ। ਮੈਂ 2007 ਤੋਂ ਲੱਗਿਆ ਤੇ ਮੇਰੇ ਨਾਲ ਕੋਈ ਬੰਦਾ ਇੱਕ ਨੂੰ ਵੀ ਤੁਰਨ ਨੂੰ ਤਿਆਰ ਨਹੀਂ ਸੀ, ਇਕੱਲਾ ਹੀ ਰਿਹਾ ਮੈਂ ਹੁਣ ਤੱਕ।
ਬੁਲੇਟਿਨ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਿੰਨੇ ਆ ਤੇ ਇਹਨਾਂ ਅਪਡੇਟਸ ਦੇ ਵਿੱਚ ਤੁਹਾਨੂੰ ਇੱਕ ਸਾਡੀ ਖਾਸ ਪੇਸ਼ਕਸ਼ ਦੇ ਬਾਰੇ ਜਾਣਕਾਰੀ ਦੇ ਦਿੰਨੇ ਹਾਂ। ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਹੈ, ਪਰ ਅੱਜ ਸਾਰੀਆਂ ਪਾਰਟੀਆਂ ਇਸ ਮੁੱਦੇ ਨੂੰ ਇਗਨੋਰ ਕਰ ਰਹੀਆਂ ਨੇ। ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲ ਰਹੀਆਂ। ਜ਼ੁਬਾਨ ਦੇ ਵਿੱਚੋਂ ਐਤਕੀ ਨਸ਼ਾ ਗਾਇਬ ਹੈ, ਨਸ਼ੇ ਦਾ ਮੁੱਦਾ ਗਾਇਬ ਹੈ, ਪਰ ਸਾਡੀ ਖਾਸ ਪੇਸ਼ਕਸ਼ ਨਸ਼ਾ ਪੰਜਾਬ ਅਤੇ ਸੱਚਾਈ, ਪੰਜਾਬ ਦੀ ਗਰਾਊਂਡ ਰਿਪੋਰਟ, ਜ਼ਮੀਨੀ ਹਕੀਕਤ ਦੱਸਦੀ ਹੈ। ਇਸ ਰਿਪੋਰਟ ਨੂੰ ਅਸੀਂ ਵੱਖਰੇ ਤੌਰ ਤੇ YouTube ਚੈਨਲ ਅਤੇ Facebook ਤੇ ਅਪਲੋਡ ਕੀਤਾ ਹੈ। ਤੁਸੀਂ ਇਹ ਖਾਸ ਰਿਪੋਰਟ ਜ਼ਰੂਰ ਦੇਖ ਸਕਦੇ ਹੋ ਤੇ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪੋ ਆਪਣੇ ਹਲਕੇ ਦੇ ਉਮੀਦਵਾਰਾਂ ਤੋਂ ਸਵਾਲ ਵੀ ਜ਼ਰੂਰ ਪੁੱਛ ਸਕਦੇ ਹੋ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਸਿਆਸੀ ਖੇਡ ਵੀ ਹੁਣ ਲਗਾਤਾਰ ਭਖਣੀ ਸ਼ੁਰੂ ਹੋ ਗਈ ਹੈ। ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਟਰਵਿਊ ਦੇ ਨਾਲ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਨ ਵੀ ਕਰ ਚੁੱਕੇ ਨੇ ਤੇ ਹੁਣ 3 ਦਿਨ ਉਹ ਫੇਰ ਪੰਜਾਬ ਦੇ ਵਿੱਚ ਆਉਣਗੇ। ਪਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਦਿੱਤਾ ਹੈ। ਇੱਕੋ ਹੀ ਇੰਟਰਵਿਊ ਵੱਖ-ਵੱਖ ਟੀਵੀ ਚੈਨਲਾਂ ਤੇ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ ਤੇ ਇਸ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਉਸ ਮੁੱਦੇ ਤੇ ਬਿਲਕੁਲ ਨਹੀਂ ਬੋਲੇ। ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਪੰਜਾਬ ਆਏ ਸੀ, ਸੁਰੱਖਿਆ ਦੇ ਵਿੱਚ ਕਮੀ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੱਲਾ ਗੁੱਲਾ ਮਚਾਇਆ ਸੀ ਬੀਜੇਪੀ ਦੇ ਲੀਡਰਾਂ ਨੇ, ਮੰਤਰੀਆਂ ਨੇ ਤੇ ਸਮਰਥਕਾਂ ਨੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੈਂ ਇਸ ਤੇ ਕੁਝ ਨਹੀਂ ਬੋਲਾਂਗਾ ਕਿਉਂਕਿ ਜਾਂਚ ਦਾ ਮੁੱਦਾ ਹੈ। ਸੋ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤੇ ਨੇ। ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਕੀ ਕੁਝ ਕਿਹਾ ਹੈ ਦੱਸਦੇ ਹਾਂ। ਮੋਦੀ ਨੇ ਕਿਹਾ ਕਿ ਮੈਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਦਰਦ ਨੂੰ ਸਮਝਦਾ, ਮੈਂ ਹਮੇਸ਼ਾ ਉਹਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਇੱਕ ਅਜਿਹਾ ਵਿਅਕਤੀ ਹਾਂ ਜੋ ਕਿਸਾਨਾਂ ਦਾ ਦਿਲ ਜਿੱਤਣ ਵਾਲੀ ਯਾਤਰਾ ਤੇ ਹਾਂ। 3 ਖੇਤੀ ਕਾਨੂੰਨ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਲਿਆਂਦੇ ਸੀ, ਪਰ ਕੁਝ ਕਿਸਾਨਾਂ ਨੂੰ ਮਨਜ਼ੂਰ ਨਾ ਹੋਣ ਕਰਕੇ ਅਸੀਂ ਵਾਪਸ ਲੈ ਲਏ ਕਿਉਂਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਕੰਮ ਕੀਤਾ ਹੈ। 14, 16 ਤੇ 17 ਫਰਵਰੀ ਨੂੰ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸਿੱਖਾਂ ਦੇ ਲਈ ਉਹਨਾਂ ਨੇ ਇੱਕ ਖਾਸ ਕਹਾਣੀ ਹੈ ਜਿਹੜੀ ਉਹ ਭਾਰਤ ਵਾਸੀਆਂ ਨੂੰ ਦੱਸੀ ਹੈ, ਖਾਸ ਕਰਕੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ। ਕਹਿੰਦੇ ਮੈਂ ਪੰਜਾਬੀਆਂ ਦੀ ਬਹਾਦਰੀ ਵੇਖੀ ਹੈ। ਅੱਤਵਾਦ ਦੇ ਸਮੇਂ ਸ਼ਾਮ ਤੋਂ ਬਾਅਦ ਕੋਈ ਨਹੀਂ ਸੀ ਨਿਕਲ ਸਕਦਾ। ਮੈਂ ਮੋਗੇ ਜਾਂ ਤਰਨਤਾਰਨ ਦੇ ਵਿੱਚ ਸੀ, ਅਗਲੇ ਸਟੇਸ਼ਨ ਤੇ ਜਾਣਾ ਸੀ। ਪ੍ਰੋਗਰਾਮ ਕਰਕੇ ਮੈਨੂੰ ਦੇਰ ਹੋ ਗਈ ਸੀ, ਮੇਰੇ ਨਾਲ ਡਰਾਈਵਰ ਸੀ। ਬਦਕਿਸਮਤੀ ਨਾਲ ਸਾਡੀ ਕਾਰ ਰਾਹ ਦੇ ਵਿੱਚ ਖਰਾਬ ਹੋ ਗਈ ਸੀ। ਮੇਰੇ ਕੋਲੇ ਇੱਕ ਪੁਰਾਣਾ ਰਾਜਦੂਤ ਹੁੰਦਾ ਸੀ। ਮੈਦਾਨ ਦੇ ਵਿੱਚ 2-3 ਸਰਦਾਰ ਸਨ, ਉਹ ਭੱਜ ਕੇ ਆਏ। ਉਹਨਾਂ ਨੇ ਸਾਡੀ ਕਾਰ ਨੂੰ ਧੱਕਾ ਲਾਉਣ ਦੇ ਵਿੱਚ ਮਦਦ ਕੀਤੀ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਇੱਕ ਕੰਮ ਕਰਨ ਦਿਓ। ਉਹ ਮੈਨੂੰ ਤੇ ਮੇਰੇ ਡਰਾਈਵਰ ਨੂੰ ਖੇਤ ਵਿੱਚ ਬਣੀ ਝੌਂਪੜੀ ਦੇ ਵਿੱਚ ਲੈ ਗਏ ਸੀ, ਮੈਨੂੰ ਸੰਭਾਲਿਆ ਤੇ ਫਿਰ ਸਵੇਰੇ ਜਾਣ ਦਿੱਤਾ। ਸਵੇਰੇ ਉਹਨਾਂ ਦੇ ਹੀ ਲੜਕੇ ਨੇ ਮਕੈਨਿਕ ਲੱਭ ਕੇ ਸਾਡੀ ਕਾਰ ਠੀਕ ਕਰਵਾਈ ਤੇ ਫਿਰ ਅਸੀਂ ਆਪਣੇ ਅਗਲੇ ਪੜਾਅ ਦੇ ਲਈ ਰਵਾਨਾ ਹੋਏ। ਸੋ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ ਤੋਂ ਪਹਿਲਾਂ ਦਾ ਇਹ ਇੱਕ ਇੰਟਰਵਿਊ ਹੈ ਜਿਹੜਾ ਕਿ ਵੱਡੇ ਪੱਧਰ ਤੇ ਲੋਕ ਦੇਖ ਵੀ ਰਹੇ ਨੇ। ਇਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਹਰ ਕੋਈ ਪਾਰਟੀ ਗੱਲ ਕਰ ਰਹੀ ਹੈ। ਜਿੱਥੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ, ਆਪਣੀ ਸਰਕਾਰ ਨੂੰ ਕਿਸਾਨਾਂ ਦੇ ਹਮਾਇਤੀ ਦੱਸ ਰਹੇ ਨੇ, ਉੱਥੇ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੀ ਅੰਮ੍ਰਿਤਸਰ ਪਹੁੰਚੇ, ਪ੍ਰੈਸ ਕਾਨਫਰੰਸ ਕੀਤੀ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਤੇ ਨਿਸ਼ਾਨੇ ਸਾਧੇ ਅਤੇ ਆਪਣੀ ਤਾਰੀਫ ਆਪ ਹੀ ਕੀਤੀ। ਕਹਿੰਦੇ ਮੈਂ ਸੰਸਦ ਦੇ ਵਿੱਚ ਸੀ, ਮੇਰਾ ਫਰਜ਼ ਸੀ ਸੰਸਦ ਵਿੱਚ ਜਾਣਾ ਤੇ ਮੈਂ ਕਿਸਾਨਾਂ ਦੇ ਮੁੱਦੇ ਤੇ ਬੋਲ ਕੇ ਆਇਆ। ਦੁੱਖ ਦੀ ਗੱਲ ਇਹ ਸੀ ਕਿ ਜਿਸ ਵੇਲੇ ਮੈਂ ਕਿਸਾਨਾਂ ਦੇ ਮੁੱਦੇ ਤੇ ਬੋਲ ਰਿਹਾ ਸੀ, ਭਾਵੇਂ ਗੰਨੇ ਦੇ ਕਿਸਾਨ ਹੋਣ, ਭਾਵੇਂ ਨਰਮੇ ਦੇ, ਭਾਵੇਂ 743 ਕਿਸਾਨੀ ਸੰਘਰਸ਼ ਵਿੱਚ ਹੋਈਆਂ ਮੌਤਾਂ ਬਾਰੇ ਮੈਂ ਬੋਲ ਰਿਹਾ ਹੋਵਾਂ ਜਾਂ ਫਿਰ ਦਰਜ ਹੋਏ ਪਰਚਿਆਂ ਦੇ ਬਾਰੇ, ਜਦੋਂ ਮੈਂ ਬੋਲ ਰਿਹਾ ਸੀ ਪੰਜਾਬ ਦੇ 12 ਬਾਕੀ ਐਮਪੀ ਉੱਥੇ ਹੈ ਹੀ ਨਹੀਂ ਸਨ, ਸਾਰੇ ਚੋਣਾਂ ਦੇ ਵਿੱਚ ਰੁੱਝੇ ਹੋਏ ਸੀ। ਮੈਂ ਇਕੱਲਾ ਉੱਥੇ ਸੀ। 8 ਕਾਂਗਰਸ ਦੇ, 2 ਪਤੀ ਪਤਨੀ ਕਹਿੰਦੇ ਅਕਾਲੀ ਦਲ ਦੇ ਨੇ, 2 ਬੀਜੇਪੀ ਵਾਲੇ ਨੇ, ਇਹ ਸਾਰੇ ਉੱਥੇ ਨਹੀਂ ਸੀ। ਜਦਕਿ ਚੋਣ ਪ੍ਰਚਾਰ ਛੱਡ ਕੇ ਮੈਂ ਪੂਰਾ ਇੱਕ ਦਿਨ ਸੰਸਦ ਦੇ ਵਿੱਚ ਗਿਆ। ਮੇਰੇ ਲਈ ਕਿਸਾਨਾਂ ਦੇ ਮੁੱਦੇ ਚੁੱਕਣਾ ਵੱਡੀ ਗੱਲ ਹੈ। ਜਿਸ ਵੇਲੇ ਮੈਂ ਬੋਲ ਰਿਹਾ ਸੀ ਪੰਜਾਬ ਦੇ 12 ਦੇ 12 ਬਾਕੀ ਐਮਪੀ ਉੱਥੇ ਹੈ ਨਹੀਂ ਸੀ। 8 ਕਾਂਗਰਸ ਦੇ, 2 ਹਸਬੈਂਡ ਵਾਈਫ ਅਕਾਲੀ ਦਲ ਤੇ 2 ਬੀਜੇਪੀ ਵਾਲੇ, ਉਹ ਨਹੀਂ ਸੀ ਉੱਥੇ। ਜਦ ਕਿ ਚੋਣ ਪ੍ਰਚਾਰ ਮੈਂ ਇੱਕ ਦਿਨ ਪੂਰਾ ਛੱਡ ਕੇ ਗਿਆ ਤੇ ਪਰ ਮੈਨੂੰ ਇਹ ਚੰਗਾ ਲੱਗਿਆ ਕਿ ਮੇਰਾ ਫਰਜ਼ ਉੱਥੇ ਨਿਭਾਉਣਾ। ਮੇਰੇ ਲਈ ਉਹਨਾਂ ਦੇ ਮੁੱਦੇ ਉਠਾਉਣਾ
ਵੱਡੀ ਗੱਲ ਹੈ। ਦੁਨੀਆ ਭਰ ਦੇ ਹੈਵੀਵੇਟ ਚੈਂਪੀਅਨ ਦਾ ਗ੍ਰੇਟ ਖਲੀ ਵਜੋਂ ਜਾਣੇ ਜਾਂਦੇ ਦਲੀਪ ਸਿੰਘ ਰਾਣਾ ਯਾਨੀ ਕਿ ਖਲੀ ਨੇ ਬੀਜੇਪੀ ਜੁਆਇਨ ਕਰ ਲਈ ਹੈ। ਬੀਜੇਪੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਤੇ ਬੀਜੇਪੀ ਲੀਡਰਾਂ ਦੀ ਮੌਜੂਦਗੀ ਦੇ ਵਿੱਚ ਖਲੀ ਨੇ ਬੀਜੇਪੀ ਨੂੰ ਜੁਆਇਨ ਕੀਤਾ ਹੈ। ਇਸ ਮੌਕੇ ਜਤਿੰਦਰ ਸਿੰਘ ਮੰਤਰੀ ਤੇ ਬੀਜੇਪੀ ਲੀਡਰ ਅरुण ਸਿੰਘ ਹਾਜ਼ਰ ਸਨ। अगर मैं कोई नाम कोई ऐसा कोई धन दौलत पैसा तो मैं WWE पे और अमेरिका पे रहता मैं, वहीं पर था मैं और वहीं रहता मैं। यहाँ पर मेरे ना भारत के प्रति मतलब एक प्यार और एक जो हमारे माननीय प्रधानमंत्री जी जो उन्होंने काम किया है देश के लिए, उसको देख के कि भी मतलब सही प्रधानमंत्री हमारे देश को मिला है और क्यों नहीं मैं भी वापस जाऊं और अपने हिंदुस्तान में और उनके साथ मतलब उनका एक हिस्सा बनूं कहीं ना कहीं, ताकि मतलब हमारा देश और तरक्की कर सके। मतलब ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਧੀ ਸ਼ੁੱਕਰਵਾਰ ਨੂੰ ਧੂਰੀ ਦਾ ਦੌਰਾ ਕਰਨਗੇ। ਭਗਵੰਤ ਮਾਨ ਦੇ ਹਲਕੇ ਵਿੱਚ ਪਹੁੰਚਣਗੇ। ਟਵੀਟ ਕੀਤਾ ਹੈ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿ ਮੈਂ ਸ਼ੁੱਕਰਵਾਰ ਨੂੰ ਆਪਣੀ ਧੀ ਸਣੇ ਧੂਰੀ ਪਹੁੰਚਾਂਗੀ ਤੇ ਆਪਣੇ ਦਿਓਰ ਭਗਵੰਤ ਮਾਨ ਦੇ ਹੱਕ ਵਿੱਚ ਪ੍ਰਚਾਰ ਕਰਾਂਗੀ। ਉਸ ਤੋਂ ਬਾਅਦ ਭਗਵੰਤ ਮਾਨ ਨੇ ਵੀ ਸਵਾਗਤ ਵਿੱਚ ਟਵੀਟ ਕੀਤਾ ਹੈ ਕਿ ਹੈ ਭਾਬੀ ਜੀ ਤੁਹਾਡਾ ਸਵਾਗਤ ਹੈ, ਧੂਰੀ ਹਲਕੇ ਦੇ ਲੋਕ ਤੁਹਾਨੂੰ ਉਡੀਕ ਰਹੇ ਨੇ। ਇੱਕ ਹਫ਼ਤੇ ਦੇ ਵਿੱਚ ਦੂਸਰੀ ਵਾਰੀ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਨਵਜੋਤ ਸਿੰਘ ਸਿੱਧੂ ਵੈਸ਼ਨੋ ਦੇਵੀ ਤੋਂ ਵਾਪਸ ਆ ਗਏ ਨੇ ਤੇ ਵਾਪਸ ਆਉਂਦਿਆਂ ਹੀ ਉਹਨਾਂ ਨੇ ਬਿਆਨ ਦਿੱਤੇ ਨੇ ਵਿਕਰਮ ਮਜੀਠੀਆ ਤੇ ਜਿੱਥੇ ਤਿੱਖੇ ਨਿਸ਼ਾਨੇ ਸਾਧੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਨਾਲ ਜਾਣ ਵਾਲੀਆਂ ਸੰਭਾਵਨਾਵਾਂ ਦਾ ਸਵਾਲ ਪੁੱਛੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਝਾੜੂ ਤੋਂ ਉਨਾ ਹੀ ਦੂਰ ਹਾਂ ਜਿੰਨਾ ਜ਼ਮੀਨ ਅਸਮਾਨ ਤੋਂ ਦੂਰ ਹੈ। ਅਕਾਲੀ ਦਲ ਬਾਰੇ ਵੀ ਬੋਲੇ ਕਿ ਅਕਾਲੀ ਦਲ ਦੇ ਲੀਡਰ ਖਾਸ ਕਰਕੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਮੇਰੇ ਤੋਂ ਘਬਰਾਉਂਦੇ ਨੇ, ਸਿੱਧੂ ਤੋਂ ਘਬਰਾਉਂਦੇ ਨੇ ਕਿਉਂਕਿ ਸਿੱਧੂ ਹੀ ਇੱਕੋ ਇੱਕ ਬਦਲਾਅ ਹੈ। ਪ੍ਰਧਾਨ ਮੰਤਰੀ ਦੇ ਇੰਟਰਵਿਊ ਤੇ ਸਵਾਲ ਪੁੱਛਿਆ ਪੱਤਰਕਾਰ ਨੇ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ ਪੰਜਾਬ ਨੂੰ ਇਗਨੋਰ ਕਰ ਹੀ ਨਹੀਂ ਸਕਦਾ, ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਕਦੇ ਵੀ ਨਿਆਂ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਸਮੇਤ ਉਹਨਾਂ ਦੀ ਧੀ ਰਾਬੀਆ ਸਿੱਧੂ ਵੀ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਧਰ ਵਿਕਰਮ ਮਜੀਠੀਆ ਨੇ ਵੀ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਦੇ ਨਾਲ ਪਖਾਈ ਹੋਈ ਹੈ। ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਵਿਕਰਮ ਮਜੀਠੀਆ ਤੇ ਨਿਸ਼ਾਨਾ ਸਾਧਿਆ। ਜੋ ਸਵਾਲ ਪੁੱਛਿਆ ਕਿ ਵਿਕਰਮ ਮਜੀਠੀਆ ਨੇ ਆਪਣੀ ਸੀਟ ਵੀ ਛੱਡ ਦਿੱਤੀ, ਕੱਲੀ ਸੀਟ ਤੇ ਆ ਗਏ ਨੇ ਲੜਨ, ਤਾਂ ਰਾਬੀਆ ਨੇ ਕਿਹਾ ਸੀ ਕਿ ਉੱਥੇ ਵੀ ਉਹਨਾਂ ਦੀ ਪਤਨੀ ਲੜ ਰਹੀ ਹੈ, ਦੋਨੇ ਸੀਟਾਂ ਮਜੀਠੀਆ ਦੇ ਕੋਲੇ ਨੇ। ਇਹ ਐਵੇਂ ਹੀ ਉਹਨਾਂ ਨੇ ਗੱਲ ਬਣਾਈ ਹੋਈ ਹੈ ਕਿ ਇੱਕ ਸੀਟ ਤੋਂ ਲੜ ਰਹੇ ਨੇ। ਰਾਬੀਆ ਸਿੱਧੂ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਤੁਸੀਂ ਨਸ਼ਾ ਜਾਂ ਨੌਕਰੀ ਦੇ ਵਿੱਚੋਂ ਜੇ ਚੁਣਨਾ ਹੋਵੇ ਤਾਂ ਕਿਹਨੂੰ ਚੁਣੋਗੇ? ਇੱਕ ਚੁਣੋ, ਨੌਕਰੀ ਨੂੰ ਚੁਣੋ ਤੇ ਮੇਰੇ ਪਿਤਾ ਨੂੰ ਵੋਟਾਂ ਦਿਓ। ਨਵਜੋਤ ਸਿੰਘ ਸਿੱਧੂ ਜਿੱਥੇ ਵੈਸ਼ਨੋ ਦੇਵੀ ਪਹੁੰਚੇ ਹੋਏ ਸੀ ਤਾਂ ਵਿਕਰਮ ਮਜੀਠੀਆ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਪਹੁੰਚੇ ਅਤੇ ਵਾਅਦਾ ਕੀਤਾ, ਭਰੋਸਾ ਦਿਵਾਇਆ ਕਿ ਜਦੋਂ ਸਾਡੀ ਸਰਕਾਰ ਆ ਜਾਏਗੀ ਤਾਂ ਸਰਕਾਰ ਦੇ ਖਰਚੇ ਤੇ ਬ੍ਰਾਹਮਣ ਕਲਿਆਣ ਬੋਰਡ ਹੈ ਜਿਹੜਾ ਉਹ ਬਣਾਇਆ ਜਾਊਗਾ ਤੇ ਉਹਨਾਂ ਨੇ ਦਾਅਵਾ ਵੀ ਠੋਕਿਆ ਕਿ ਸਾਡੇ ਗੱਠਜੋੜ ਦੀ ਜਿੱਤ ਹੋਵੇਗੀ। ਸਿੱਧੂ ਤੇ ਨਿਸ਼ਾਨੇ ਕੱਸਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮੰਤਰੀ ਬਣ ਕੇ ਤੇ ਐਮਪੀ ਬਣ ਕੇ ਵੀ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਕੁਝ ਵੀ ਨਹੀਂ ਸਵਾਰਿਆ। ਸਿੱਧੂ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ, ਇਸੇ ਗੱਲ ਦਾ ਲੋਕਾਂ ਦੇ ਮਨਾਂ ਵਿੱਚ ਰੋਸ ਹੈ। ਮਜੀਠੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਰ ਵਾਰੀ ਪੰਜਾਬ ਤੇ ਪੰਜਾਬੀਆਂ ਨੂੰ ਧੋਖਾ ਹੀ ਦਿੰਦੀ ਹੈ। 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਤੋਂ ਵੀ ਕਾਂਗਰਸ ਸਰਕਾਰ ਨੇ ਮੂੰਹ ਫੇਰ ਲਿਆ। 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਡਾਂਗਾ ਹੀ ਮਾਰੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਲਈ ਅਤੇ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਲਈ ਧੂਆਂਧਾਰ ਪ੍ਰਚਾਰ ਕਰ ਰਹੇ ਨੇ। ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਦੀਨਾਨਗਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕਮਲਜੀਤ ਚਾਵਲਾ ਦੇ ਹੱਕ ਵਿੱਚ ਪਿੰਡ ਸਾਹੋਵਾਲ ਦੇ ਵਿੱਚ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕੋਈ ਅਜਿਹੀ ਪਾਰਟੀ ਨਹੀਂ ਜਿਨ੍ਹਾਂ ਨੂੰ ਦਿੱਲੀ ਤੋਂ ਹੁਕਮ ਨਾ ਆਉਂਦਾ ਹੋਵੇ। ਸਾਰੀਆਂ ਪਾਰਟੀਆਂ ਨੂੰ ਦਿੱਲੀ ਚਲਾਉਂਦੀ ਹੈ, ਸਿਰਫ ਤੇ ਸਿਰਫ ਸਾਡੀ ਪਾਰਟੀ ਹੈ ਜਿਹੜੀ ਕਿ ਪੰਜਾਬ ਤੋਂ ਹੀ ਚੱਲਦੀ ਹੈ। ਉਹਨਾਂ ਨੇ ਕਿਹਾ ਕਿ ਉਹ ਉਹੀ ਕੰਮ ਕਰਨਗੇ, ਯਾਨੀ ਕਿ ਦਿੱਲੀ ਦੇ ਰਿਮੋਟ ਤੇ ਚੱਲਣ ਵਾਲੇ ਜਿਹੜੇ ਲੀਡਰ ਨੇ, ਲੋਕ ਨੇ, ਉਹੀ ਕੰਮ ਕਰਨਗੇ ਜੋ ਦਿੱਲੀ ਨੂੰ ਪਸੰਦ ਆਏਗਾ। ਪੰਜਾਬੀਆਂ ਨੂੰ ਪਸੰਦ ਹੋਵੇ ਜਾਂ ਨਾ ਹੋਵੇ ਇਸ ਦਾ ਕੋਈ ਮਤਲਬ ਨਹੀਂ ਬਣਦਾ। ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਆਮ ਆਦਮੀ ਦੱਸਦੇ ਨੇ, ਪਰ ਉਹਨਾਂ ਨੇ ਪੈਸੇ, ਕਾਰਾਂ ਤੇ ਕੋਠੀਆਂ ਲੈ ਕੇ ਟਿਕਟਾਂ ਵੇਚੀਆਂ ਨੇ। 117 ਉਮੀਦਵਾਰਾਂ ਦੇ ਵਿੱਚੋਂ 65 ਉਮੀਦਵਾਰ ਉਹ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਦਲ ਬਦਲ ਕੇ ਆਮ ਆਦਮੀ 'ਚ ਪਹੁੰਚੇ ਨੇ ਤੇ ਉਹ ਪੈਸੇ ਦੇ ਕੇ ਹੀ ਟਿਕਟਾਂ ਲੈ ਕੇ ਆਏ ਨੇ। ਕਿ ਅਸੀਂ ਇੱਕ ਨਵੀਂ ਸੋਚ ਲੈ ਕੇ ਆਏ ਹਾਂ। ਟਿਕਟਾਂ ਉਹਨਾਂ ਨੂੰ ਦੇਵਾਂਗੇ, ਕੋਈ ਰਿਕਸ਼ਾ ਚਲਾਉਣ ਵਾਲੇ ਨੂੰ, ਕੋਈ ਦੁਕਾਨ ਚਲਾਉਣ ਵਾਲੇ ਨੂੰ, ਕੋਈ
ਰੇੜੀ ਚਲਾਉਣ ਵਾਲੇ ਨੂੰ ਦਿੱਤੀਆਂ ਕਿਹਨੂੰ 117 ਵਿੱਚੋਂ 65 ਟਿਕਟਾਂ ਦਲ ਬਦਲੂਆਂ ਨੂੰ ਦਿੱਤੀਆਂ ਜਿਹੜੇ ਅਕਾਲੀ ਦਲ ਨੇ ਕੱਢੇ ਐ ਜਾਂ ਕਾਂਗਰਸ ਨੇ ਕੱਢੇ ਐ ਮਿੰਟਾਂ 'ਚ ਪੈਸੇ ਦੇ ਕੇ ਟਿਕਟ ਲੈ ਕੇ ਆਏ ਆਹ ਨਵੀਂ ਸੋਚ ਉਹਨਾਂ ਦੀ ਹੈ ਔਰ ਰਮਨ ਬਹਿਲ ਨਵੀਂ ਸੋਚ ਉਹਨਾਂ ਦੀ ਹੈ ਤੁਸੀਂ ਚਾਰੋਂ ਤਰਫ ਦੇਖੋ ਲੁਧਿਆਣੇ ਸ਼ਹਿਰ ਤੇ ਜਿਹੜੇ 6 ਕੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਸਾਰੇ ਗੈਂਗਸਟਰ ਹੈ ਸਨੌਰ ਹਲਕੇ ਦਾ ਪੀਓ ਹੈ ਕਲੇਮ ਡਿਫੈਂਡਰ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਕਹਿੰਦੇ ਕੁਛ ਕੇਜਰੀਵਾਲ ਤੇ ਕਰਦਾ ਕੁਛ ਹੈ ਅਕਾਲੀ ਦਲ ਸਮੇਤ ਵਿਰੋਧੀਆਂ ਦੇ ਇਲਜ਼ਾਮ ਦਾ ਜਵਾਬ ਦਿੱਤਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਜਿਹੜੇ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਮੋਹਾਲੀ ਹਲਕੇ ਤੋਂ ਕੁਲਵੰਤ ਸਿੰਘ ਨੇ ਕਿਹਾ ਕਿ ਸਾਰਾ ਵਿਰੋਧੀਆਂ ਦਾ ਕੂੜ ਪ੍ਰਚਾਰ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਨਾ ਤਾਂ ਟਿਕਟਾਂ ਖਰੀਦੀਆਂ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਾਂ ਕਿਸੇ ਹੋਰ ਲੀਡਰ ਨੇ ਟਿਕਟਾਂ ਵੇਚੀਆਂ ਨੇ नहीं किसी पैसा बहुत ਦਾ ਮਤਲਬ ਇਹ ਨਹੀਂ ਵੀ ਮੈਂ ਸੁੱਟ ਰਿਹਾ ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਮੈਂ ਮਤਲਬ ਯੋਗ ਸੀ ਮੇਰੇ ਸਰਕਲ ਸੀ ਮੇਰਾ ਵੱਡਾ ਪਾਰਟੀ ਨੇ ਉਹ ਦੇਖ ਕੇ ਮੈਨੂੰ ਟਿਕਟ ਦਿੱਤੀ ਹੈ ਵੀ ਮੈਂ ਪਾਰਟੀ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾ ਸਕਦਾ ਤੇ ਜਿਹੜਾ ਇਹ ਪ੍ਰਚਾਰ ਹੈ ਇਹ ਕੂੜ ਪ੍ਰਚਾਰ ਆ ਜਿਹੜਾ ਇਹ ਵਿਰੋਧੀਆਂ ਦਾ ਪ੍ਰਚਾਰ ਆ ਵੀ ਪੈਸੇ ਦੇ ਕੇ ਲਈ ਹੈ ਜਾਂ ਕਿਆ ਕਹਿੰਦੇ ਆ ਹੋਰ ਕਿਸੇ ਕਿਸਮ ਲਈ ਇਦਾਂ ਤਾਂ ਕੁਝ ਨਹੀਂ ਹੈਗਾ ਜਿਹੜੀ ਟਿਕਟ ਦਿੱਤੀ ਹੈ ਪਾਰਟੀ ਨੇ ਮੇਰੇ ਕੰਮਾਂ ਕਾਰਾਂ ਨੂੰ ਦੇਖ ਕੇ ਤੇ ਮੇਰੇ ਸਰਕਲ ਨੂੰ ਦੇਖ ਕੇ ਦਿੱਤੀ ਹੈ ਵੀ ਇਹ ਪਾਰਟੀ ਦੀ ਸੀਟ ਝੋਲੀ ਪਾ ਸਕਦਾ ਕੁਲਵੰਤ ਸਿੰਘ ਇਸ ਵਕਤ ਪੰਜਾਬ ਦੇ ਸਾਰੇ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਅਮੀਰ ਉਮੀਦਵਾਰ ਨੇ ਪੰਜਾਬ ਦੇ ਵਿੱਚ ਜੋ ਅੰਕੜੇ ਦਿੱਤੇ ਗਏ ਨੇ ਜੋ ਐਫੀਡੇਵਿਟ ਦਿੱਤੇ ਨੇ ਇਹਨਾਂ ਉਮੀਦਵਾਰਾਂ ਨੇ ਉਹਨਾਂ ਦੇ ਵਿੱਚੋਂ ਬੜੀ ਹੈਰਾਨੀ ਦੀ ਗੱਲ ਹੈ ਕਿ ਬਾਦਲਾਂ ਨਾਲੋਂ ਵੀ ਵੱਧ ਅਮੀਰ ਇਸ ਵਕਤ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਤੇ ਵੀ ਖੂਬ ਨਿਸ਼ਾਨੇ ਕੱਸੇ ਚੰਨੀ ਭਗਵੰਤ ਮਾਨ ਤੇ ਨਿਸ਼ਾਨੇ ਕੱਸਦੇ ਰਹਿੰਦੇ ਨੇ ਤੇ ਭਗਵੰਤ ਮਾਨ ਚੰਨੀ ਨੂੰ ਨਹੀਂ ਛੱਡਦੇ ਉਹਨਾਂ ਕਿਹਾ ਕਿ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਮਿਲਦੇ ਨੇ ਚੰਨੀ ਖੁਦ ਨੂੰ ਗਰੀਬ ਕਿਵੇਂ ਦੱਸ ਸਕਦੇ ਨੇ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਲੁੱਟ ਕੇ ਕਰੋੜਾਂ ਰੁਪਏ ਕਮਾਏ ਨੇ ਭਗਵੰਤ ਮਾਨ ਨੇ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਡੋਰ ਟੂ ਡੋਰ ਡਿਜੀਟਲ ਐਪ ਲਾਂਚ ਕਰ ਦਿੱਤੀ ਹੈ ਆਪ ਦੀ ਚੋਣ ਮੁਹਿੰਮ ਦਾ ਇੱਕ ਹੋਰ ਗੀਤ ਵੀ ਲਾਂਚ ਕੀਤਾ ਗਿਆ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਵੀ ਕੇਸ ਦਰਜ ਹੋਇਆ ਹੈ ਪਠਾਨ ਮਾਜਰਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਚੋਣ ਕਮਿਸ਼ਨ ਤੋਂ ਜਾਣਕਾਰੀ ਲੁਕੋਈ ਸੀ ਉਸ ਨੂੰ ਚੈੱਕ ਬਾਉਂਸ ਦੇ ਮਾਮਲੇ ਵਿੱਚ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਪਰ ਉਸਨੇ ਆਪਣੀ ਐਫੀਡੇਵਿਟ ਦੇ ਵਿੱਚ ਇਹ ਜਾਣਕਾਰੀ ਨਹੀਂ ਦਿੱਤੀ ਸ਼ੁੱਕਰਵਾਰ ਨੂੰ ਜਿੱਥੇ ਅਰਵਿੰਦ ਕੇਜਰੀਵਾਲ ਦੀ ਪਤਨੀ ਧੂਰੀ ਦੇ ਵਿੱਚ ਭਗਵੰਤ ਮਾਨ ਦੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚਣਗੇ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਪਤੀ ਅਰਵਿੰਦ ਕੇਜਰੀਵਾਲ ਵੀ 11 ਫਰਵਰੀ ਨੂੰ ਪੰਜਾਬ ਪਹੁੰਚ ਰਹੇ ਨੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਦੇ ਵਿੱਚ ਹੀ ਭਗਵੰਤ ਮਾਨ ਦੀ ਜਨ ਸਭਾ ਦੇ ਵਿੱਚ ਸ਼ਾਮਿਲ ਹੋਣਗੇ ਉਧਰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੇ ਵਿੱਚੋਂ ਇੱਕ ਪ੍ਰਿਯੰਕਾ ਗਾਂਧੀ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ 13 ਫਰਵਰੀ ਨੂੰ ਪੰਜਾਬ ਪਹੁੰਚਣਗੇ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਉਹ ਬੀਜੇਪੀ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ 13 ਫਰਵਰੀ ਨੂੰ ਪੰਜਾਬ ਆਉਣਗੇ ਪਟਿਆਲਾ ਦੇ ਵਿੱਚ ਪਹੁੰਚਣਗੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਵਾਲੇ ਦਿਨ ਯਾਨੀ ਕਿ 20 ਫਰਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਉਸ ਦਿਨ ਸਰਕਾਰੀ ਛੁੱਟੀ ਰਹੇਗੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਫ਼ਤਰ ਨਹੀਂ ਖੁੱਲਣਗੇ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ ਅਗਲੀ ਖਬਰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਤੋਂ ਹੈ ਇੱਕ ਹਾਦਸੇ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਸਮਾਲਖਾ ਇਲਾਕੇ ਦੇ ਪਿੰਡ ਬੁੱਧ ਸ਼ਾਮ ਦੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਗਈ ਜਿਸ ਦੇ ਵਿੱਚ ਸਵਾਰ 3 ਜਣਿਆਂ ਦੀ ਮੌਤ ਹੋ ਗਈ ਕਾਰ ਵਿੱਚ 4 ਜਣੇ ਸਵਾਰ ਸਨ ਇਹ ਸਾਰੇ ਨਹਿਰ ਦੇ ਵਿੱਚ ਡੁੱਬ ਗਏ ਸੀ ਰਾਹਗੀਰਾਂ ਨੇ ਇਹਨਾਂ ਨੂੰ ਨਹਿਰ ਚੋਂ ਬਾਹਰ ਕੱਢਿਆ ਹਸਪਤਾਲ ਪਹੁੰਚਾਇਆ 3 ਜਣੇ ਮ੍ਰਿਤ ਪਾਏ ਗਏ ਜਦਕਿ ਇੱਕ ਜ਼ਖਮੀ ਹੈ 10 ਫਰਵਰੀ ਨੂੰ ਯੂਪੀ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਨੇ ਦੁਪਹਿਰੇ 3 ਵਜੇ ਤੱਕ 48.24% VOTING ਦਰਜ ਕੀਤੀ ਗਈ ਸਭ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਸ਼ਾਮਲੀ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ ਗਈਆਂ ਮੁਜ਼ੱਫਰਨਗਰ ਬਾਗਪਤ ਮੇਰਠ ਹਾਪੁੜ ਜ਼ਿਲ੍ਹੇ ਸਮੇਤ 11 ਜ਼ਿਲ੍ਹਿਆਂ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਵੀ ਕੀਤੀ ਨਰਿੰਦਰ ਮੋਦੀ ਨੇ ਸੂਬੇ ਦੇ ਲੋਕਾਂ ਦੇ ਨਾਮ ਯਾਨੀ ਕਿ ਯੂਪੀ ਦੇ ਲੋਕਾਂ ਦੇ ਨਾਮ ਸੰਦੇਸ਼ ਜਾਰੀ ਕੀਤਾ ਲੋਕਾਂ ਨੂੰ ਕਿਹਾ ਕਿ ਵੋਟਾਂ ਪਾਉਣ ਜ਼ਰੂਰ ਜਾਇਓ ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਓ ਯਾਦ ਰੱਖਣਾ ਪਹਿਲਾਂ ਮਤਦਾਨ ਫਿਰ ਜਲਪਾਨ
ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ, ਉਹਨਾਂ ਨੇ ਵੀ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਅਪੀਲ ਕੀਤੀ, ਕਿਹਾ ਬਾਹਰ ਆਓ, ਵੋਟ ਕਰੋ, ਦੇਸ਼ ਨੂੰ ਹਰੇਕ ਡਰ ਤੋਂ ਆਜ਼ਾਦ ਕਰੋ। ਇੱਕ ਵੱਡੀ ਖਬਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ, ਸੰਸਦ ਤੋਂ ਆ ਰਹੀ ਹੈ, ਜਿੱਥੇ TRS ਯਾਨੀ ਕਿ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਪੇਸ਼ ਕੀਤਾ ਹੈ। ਇਹਨਾਂ ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਆਂਧਰਾ ਪ੍ਰਦੇਸ਼ ਪੁਨਰਗਠਨ ਬਿੱਲ ਤੇ PM ਮੋਦੀ ਵੱਲੋਂ ਕੀਤੀ ਗਈ ਟਿੱਪਣੀ ਦੇ ਖਿਲਾਫ ਮਤਾ ਪੇਸ਼ ਕੀਤਾ। TRS ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਉਦੋਂ ਤੱਕ ਸਦਨ ਦਾ ਬਾਈਕਾਟ ਕਰਨਗੇ ਜਦੋਂ ਤੱਕ ਰਾਜ ਸਭਾ ਦੇ ਚੇਅਰਮੈਨ ਉਹਨਾਂ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਦੇ। ਇਸ ਤੋਂ ਬਾਅਦ ਉਹਨਾਂ ਨੇ ਸਦਨ ਚੋਂ ਵਾਕਆਊਟ ਕਰ ਦਿੱਤਾ। ਕਰਨਾਟਕਾ ਦੇ ਹਿਜਾਬ ਵਿਵਾਦ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ, ਪਟੀਸ਼ਨਾਂ ਦੀ ਸੁਣਵਾਈ ਹੋਈ ਹੈ। ਕਰਨਾਟਕਾ ਦੇ ਵਿੱਚ ਸਕੂਲ ਖੋਲਣ ਦੇ ਹੁਕਮ ਵੀ ਦੇ ਦਿੱਤੇ ਗਏ ਨੇ। ਕਰਨਾਟਕਾ ਹਾਈ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਹਿਜਾਬ ਵਿਵਾਦ ਨਾਲ ਸੰਬੰਧਿਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਹੁਕਮ ਦਿੱਤੇ ਕਿ ਕਰਨਾਟਕਾ ਦੇ ਵਿੱਚ ਸਕੂਲ ਖੋਲ ਦਿੱਤੇ ਜਾਣ। ਉਹਨਾਂ ਕਿਹਾ ਕਿ ਸਕੂਲ ਕਾਲਜ ਬੰਦ ਕਰਨਾ ਕੋਈ ਚੰਗਾ ਕਦਮ ਨਹੀਂ ਹੈ, ਸਕੂਲ ਮੁੜ ਖੋਲਣ ਦੀ ਕਾਰਵਾਈ ਸ਼ੁਰੂ ਕੀਤੀ ਜਾਏ, ਜਮਾਤਾਂ ਸ਼ੁਰੂ ਕਰਨ ਦੇ ਲਈ ਵੀ ਕਦਮ ਚੁੱਕੇ ਜਾਣ। ਇਸ ਦੌਰਾਨ ਦੇਖਿਆ ਜਾਵੇ ਕਿ ਕੋਈ ਵੀ ਮਾੜੀ ਘਟਨਾ ਨਾ ਵਾਪਰੇ। ਹਿਜਾਬ ਵਿਵਾਦ ਨੇ ਹਾਲ ਹੀ ਵਿੱਚ ਕਰਨਾਟਕਾ ਦੇ ਵਿੱਚ ਹਿੰਸਕ ਰੂਪ ਲੈ ਲਿਆ ਸੀ, ਜਿਸ ਤੋਂ ਬਾਅਦ ਕਰਨਾਟਕਾ ਸਰਕਾਰ ਨੇ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ 3 ਦਿਨਾਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਵਿਦਿਅਕ ਅਦਾਰਾ ਨਹੀਂ ਖੁੱਲੇਗਾ। ਕਾਲਜਾਂ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਸੀ। ਉਸ ਤੋਂ ਬਾਅਦ ਕਰਨਾਟਕਾ ਹਾਈ ਕੋਰਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਕਰਨਾਟਕਾ ਹਾਈ ਕੋਰਟ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨਾਂ ਪਹੁੰਚੀਆਂ ਹਿਜਾਬ ਵਿਵਾਦ ਨੂੰ ਲੈ ਕੇ, ਪਰ ਸੁਪਰੀਮ ਕੋਰਟ ਨੇ ਇਹਨਾਂ ਪਟੀਸ਼ਨਾਂ ਤੇ ਸੁਣਵਾਈ ਕਰਨ ਤੋਂ ਹਾਲ ਦੀ ਘੜੀ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਰਨਾਟਕਾ ਹਾਈ ਕੋਰਟ ਦੇ ਵਿੱਚ ਪਹਿਲੀ ਵਾਰੀ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ, ਇਸ ਕਰਕੇ ਅਸੀਂ ਇੱਥੇ ਦਖਲ ਨਹੀਂ ਦੇਵਾਂਗੇ। ਇਹ ਕਹਿੰਦੇ ਹੋਏ ਅਦਾਲਤ ਨੇ ਇਸ ਮਾਮਲੇ ਤੇ ਕੋਈ ਵੀ ਅਗਲੀ ਤਰੀਕ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਿਜਾਬ ਵਿਵਾਦ ਮਸਲੇ ਦੇ ਵਿੱਚ ਪਾਕਿਸਤਾਨ ਵੀ ਲਗਾਤਾਰ ਆਪਣੇ ਬਿਆਨ ਦੇ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੂੰ ਤਲਬ ਕਰਕੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਸੂਬੇ ਕਰਨਾਟਕਾ ਦੇ ਵਿੱਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਾਉਣ ਤੇ ਲੱਗੀ ਪਾਬੰਦੀ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕੀਤੀ ਹੈ। ਉਧਰ ਕਰਨਾਟਕਾ ਦੇ ਸਿੱਖਿਆ ਮੰਤਰੀ ਨਾਗੇਸ਼ BC ਨੇ ਇੱਕ ਪੈਰਲਲ ਜਿਹਾ ਬਿਆਨ ਦਿੱਤਾ ਹੈ, ਕਾਲਜ ਪ੍ਰਸ਼ਾਸਨ ਦਾ ਸਮਰਥਨ ਵੀ ਕੀਤਾ ਹੈ ਅਤੇ ਇਹ ਕਿਹਾ ਕਿ ਕੈਂਪਸ ਦੇ ਵਿੱਚ ਭਗਵੇਂ ਕੱਪੜੇ ਤੇ ਹਿਜਾਬ ਦੋਵਾਂ ਤੇ ਹੀ ਰੋਕ ਲੱਗਣੀ ਚਾਹੀਦੀ ਹੈ। ਇਹ ਵੀ ਦੋਸ਼ ਲਾਇਆ ਕਿ ਵਿਦਿਆਰਥੀਆਂ ਨੂੰ ਕੁਝ ਲੋਕ ਗੁੰਮਰਾਹ ਕਰ ਰਹੇ ਨੇ, ਪ੍ਰਦਰਸ਼ਨ ਦੇ ਲਈ ਉਕਸਾ ਰਹੇ ਨੇ। ਮੁੱਖ ਮੰਤਰੀ ਬਾਸਵਰਾਜ S ਬੋਮਈ ਲਗਾਤਾਰ ਸੂਬੇ ਦੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰ ਰਹੇ ਨੇ ਤੇ ਇਸ ਸਾਰੇ ਵਿਵਾਦ ਦੇ ਦਰਮਿਆਨ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਂਡੀਆ ਜ਼ਿਲ੍ਹੇ ਦੇ ਵਿੱਚ ਹਿਜਾਬ ਪਾਈ ਇੱਕ ਵਿਦਿਆਰਥਣ ਜਦੋਂ ਲੰਘ ਰਹੀ ਹੈ ਤਾਂ ਭਗਵੇਂ ਕੱਪੜੇ ਪਹਿਨੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਇੱਕ ਭੀੜ ਉਸ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ, ਲਗਾਤਾਰ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਹੈ। ਉਸ ਤੋਂ ਬਾਅਦ ਜਵਾਬ ਦਿੱਤਾ ਹੈ ਇਸ ਵਿਦਿਆਰਥਣ ਨੇ ਵੀ ਤੇਜ਼ ਆਵਾਜ਼ ਦੇ ਵਿੱਚ ਅੱਲਾਹੂ ਅਕਬਰ ਦਾ ਨਾਅਰਾ ਲਾਇਆ ਤੇ ਇਹ ਵੀਡੀਓ ਦੇਸ਼ ਹੀ ਨਹੀਂ ਦੁਨੀਆ ਦੇ ਵਿੱਚ ਵਾਇਰਲ ਹੋਇਆ ਹੈ। ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਸ ਦੇ ਨਾਲ ਇੱਥੋਂ ਦੇ ਵੀ ਬਹੁਤ ਸਾਰੇ ਲੋਕ ਇਸ ਲੜਕੀ ਨੂੰ ਮੁਸਲਿਮ ਵਿਦਿਆਰਥਣ ਨੂੰ ਸ਼ੇਰਨੀ ਦੱਸ ਰਹੇ ਨੇ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮੰਤਰੀਆਂ ਨੇ ਇਸ ਘਟਨਾ ਦੇ ਜ਼ਰੀਏ ਭਾਰਤ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਵੀ ਕੱਸਿਆ ਹੈ। ਮਲਾਲਾ ਨੇ ਵੀ ਇਸ ਘਟਨਾ ਤੇ ਆਪਣਾ ਬਿਆਨ ਜਾਰੀ ਕੀਤਾ ਹੈ। ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਹਿਜਾਬ ਵਿਵਾਦ ਤੇ ਬੋਲਦਿਆਂ ਕਿਹਾ ਕਿ ਮੈਂ ਕਦੇ ਵੀ ਹਿਜਾਬ ਜਾਂ ਬੁਰਕਾ ਦੇ ਪੱਖ ਵਿੱਚ ਨਹੀਂ ਰਿਹਾ, ਮੈਂ ਆਪਣੇ ਬਿਆਨ ਤੇ ਹਾਲੇ ਵੀ ਕਾਇਮ ਹਾਂ, ਇਸ ਰੁਖ ਤੇ ਆਪਣੇ ਇਸੇ ਰੁਖ ਤੇ ਕਾਇਮ ਹਾਂ। ਉਹਨਾਂ ਨੇ ਟਵੀਟ ਕੀਤਾ ਹੈ, ਪਰ ਨਾਲ ਹੀ ਕਿਹਾ ਕਿ ਉਹਨਾਂ ਗੁੰਡਿਆਂ ਦੀ ਭੀੜ ਲਈ ਮੇਰੇ ਮਨ ਵਿੱਚ ਨਫ਼ਰਤ ਹੈ ਜੋ ਕੁਝ ਲੜਕੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਸ ਵਿੱਚ ਉਹ ਸਫਲ ਨਹੀਂ ਹੋ ਰਹੇ। ਕਿ ਉਹਨਾਂ ਦੀ ਮਰਦਾਨਗੀ ਦਾ ਸੰਕਲਪ ਹੈ, ਬਹੁਤ ਅਫਸੋਸ ਦੀ ਗੱਲ ਹੈ। ਅਸਾਉਦੀਨ ਓਵੈਸੀ ਅਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਔਰਤਾਂ ਦਾ ਅਧਿਕਾਰ ਹੈ ਉਹ ਕੀ ਪਾਉਣਾ ਚਾਹੁੰਦੀਆਂ ਨੇ, ਜੋ ਵੀ ਉਹ ਪਾ ਕੇ ਆਉਣਾ ਚਾਹਣ ਉਹਨਾਂ ਨੂੰ ਵਿਦਿਅਕ ਸੰਸਥਾਵਾਂ ਦੇ ਵਿੱਚ ਮਨਾਹੀ ਨਹੀਂ ਹੋਣੀ ਚਾਹੀਦੀ, ਜਦਕਿ BJP ਤੇ ਸ਼ਿਵ ਸੈਨਾ ਨੇ ਕਿਹਾ ਕਿ ਕਾਲਜ ਦੇ ਵਿੱਚ ਵਰਦੀ ਹੀ ਪਾ ਕੇ ਆਉਣੀ ਚਾਹੀਦੀ ਹੈ। ਸਿੱਖਿਆ ਦੇ ਕੇਂਦਰ ਨੂੰ ਧਾਰਮਿਕ ਮੁੱਦਿਆਂ ਤੋਂ ਵੱਖ ਰੱਖਣਾ ਚਾਹੀਦਾ ਹੈ। ਯੂਪੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਤਾਜ਼ਾ ਅਪਡੇਟ ਆਈ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਸ਼ਾਮ ਨੂੰ 5 ਵਜੇ ਤੱਕ 57.79% ਮਤਦਾਨ ਹੀ ਰਿਕਾਰਡ ਕੀਤਾ ਗਿਆ ਹੈ। ਕੁਝ ਬੂਥਾਂ ਤੋਂ EVM ਦੇ ਵਿੱਚ ਗੜਬੜੀ ਦੀਆਂ ਰਿਪੋਰਟਾਂ ਵੀ ਆਈਆਂ ਨੇ ਤੇ ਯੂਪੀ ਦੇ ਮੇਰਠ ਦੇ ਇੱਕ ਪਿੰਡ ਦੇ ਵਿੱਚ ਮਸਜਿਦ ਦੇ ਲਾਊਡ ਸਪੀਕਰ ਤੋਂ ਸਾਈਕਲ ਲਈ ਵੋਟ ਮੰਗੀ ਇੱਕ ਜਣੇ ਨੇ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ। ਯੂਪੀ ਦੇ
ਵਿੱਚ ਜਿੱਥੇ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਨੇ ਉੱਥੇ ਹੀ ਆਸ਼ੀਸ਼ ਮਿਸ਼ਰਾ ਨੂੰ ਉਸੇ ਦਿਨ ਹੀ ਜ਼ਮਾਨਤ ਮਿਲ ਜਾਂਦੀ ਹੈ ਤੇ ਉਸ ਜ਼ਮਾਨਤ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਖਬਰਦਾਰ ਰਹਿਓ ਜ਼ੁਲਮੀ ਹਕੂਮਤ ਦੀ ਸਿਆਸਤ ਤੋਂ, ਕਿਉਂਕਿ ਸਿਆਸਤ ਹੀ ਚੱਲ ਰਹੀ ਹੈ। ਕਿਸਾਨਾਂ ਨੂੰ ਇੱਥੇ ਇਨਸਾਫ ਨਹੀਂ ਮਿਲ ਰਿਹਾ ਤੇ ਹਕੂਮਤ ਦੇ ਅਸਰ ਦੇ ਨਾਲ ਉਹਨਾਂ ਦੇ ਪਾਲੇ ਪਲੋਸੇ ਜਿਹੜੇ ਮੁਲਜ਼ਮ ਹੈਗੇ ਨੇ ਉਹ ਬਾਹਰ ਨਿਕਲ ਰਹੇ ਨੇ ਹਿਰਾਸਤ ਤੋਂ। ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼ਰਨੇਤ ਨੇ ਵੀ ਲਿਖਿਆ ਕਿ ਲਖੀਮਪੁਰ ਕਿਸਾਨ ਨਸਲਕੁਸ਼ੀ, ਪਿਤਾ ਮੰਤਰੀ ਬਣੇ ਰਹੇ, ਪੁੱਤਰ ਨੂੰ ਜ਼ਮਾਨਤ ਮਿਲ ਗਈ ਹੈ, ਬਸ ਇੰਨਾ ਹੀ ਕਹਿਣਾ ਸੀ। ਰਾਸ਼ਟਰੀ ਲੋਕ ਦਲ ਯਾਨੀ ਕਿ RLD ਪਾਰਟੀ ਨੇ ਵੀ ਇਸ ਤੇ ਪ੍ਰਤੀਕਰਮ ਦਿੱਤਾ ਹੈ ਕਿ ਇਹ ਜਿਹੜੀ ਜ਼ਮਾਨਤ ਹੈ ਉਹ ਕਿਸਾਨ ਵਿਰੋਧੀ ਮਾਨਸਿਕਤਾ ਦੀ ਇੱਕ ਪ੍ਰਤੱਖ ਉਦਾਹਰਣ ਹੈ। ਲਖੀਮਪੁਰ ਹਿੰਸਾ ਦੇ ਦੋਸ਼ੀ ਤੇ ਮੰਤਰੀ ਪੁੱਤਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ ਦੇ ਵਿੱਚ ਫੇਰ ਮਿਲਾਂਗੇ। ਧੰਨਵਾਦ।